ਜੈ ਹਿੰਦ ਐਂਡ ਵੈਰੀ ਵਾਰਮ ਵੈਲਕਮ ਟੂ ਪੰਜਾਬ ਸਕਸੈਸ ਮੰਤਰਾ। ਪੰਜਾਬ ਸਕਸੈਸ ਮੰਤਰਾ ਦੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਇਸ ਸੈਸ਼ਨ ਵਿੱਚ ਅਸੀਂ ਡਿਸਕਸ ਕਰਨ ਵਾਲੇ ਹਾਂ ਇੱਕ ਮੇਨਸ ਦਾ ਕਰੰਟ ਅਫੇਅਰਸ ਦਾ ਇਸ਼ੂ ਰਿਲੇਟਡ ਟੂ ਦੀ ਇਕੋਨੋਮੀ ਸੈਕਸ਼ਨ ਆਫ ਯਰ ਸਿਲੇਬਸ, ਰਾਈਟ। ਸੋ ਕੀ ਗੱਲ ਹੋ ਰਹੀ ਹੈ ਇੱਥੇ, ਵਰਲਡ ਇਕਨੋਮਿਕ ਫੋਰਮ ਹੈਜ਼ ਰੀਸੈਂਟਲੀ ਇਟ ਹੈਜ਼ ਐਡਵੋਕੇਟਡ ਫॉर द ट्विन ट्रांजिशन अप्रोच। ਤੇ ਸਾਡੇ ਲਈ ਜ਼ਰੂਰੀ ਹੈ ਜਾਣਨਾ what exactly is the twin transition approach, what are the different benefits which can come out of the twin transition approach, and how exactly is the World Economic Forum advocating for this particular strategy or approach, right? So we'll see about that. We'll also take a look at ਕਿ ਬਈ ਕੀ ਚੀਜ਼ ਹੈ ਜਾਂ ਫਿਰ ਕਹ ਲਓ ਕਿ ਕਿੱਥੇ ਤੁਹਾਡੇ ਸਿਲੇਬਸ ਵਿੱਚ ਫਿੱਟ ਹੁੰਦਾ ਹੈ ਇਹ ਪਾਰਟਿਕੂਲਰ ਟੌਪਿਕ, ਰਾਈਟ। ਉਸ ਤੋਂ ਪਹਿਲਾਂ ਇੱਕ ਵਾਰੀ ਵੀਕਲੀ ਸ਼ਡਿਊਲ ਤੇ ਨਜ਼ਰ ਮਾਰ ਲਓ, ਇਹਦੀ ਸਨੈਪਸ਼ਾਟ ਲੈ ਲਓ ਜੇ ਤੁਸੀਂ ਨਹੀਂ ਲਈ ਹੋਈ ਹੈ। ਇਫ ਯੂ ਆਰ ਆਲਰੇਡੀ ਟੇਕਨ ਦੈਟ ਦੈਨ ਵੈਲ ਐਂਡ ਗੁੱਡ। ਆਲਰਾਈਟ, ਸੋ ਲੈਟਸ ਮੂਵ ਟੂ ਦ ਇਸ਼ੂ। ਦੇਖਦੇ ਹਾਂ ਇਸ਼ੂ ਕੀ ਹੈ। ਦੇਖੋ ਹੁਣੇ ਵਰਲਡ ਇਕਨੋਮਿਕ ਫੋਰਮ ਨੇ ਰੀਸੈਂਟਲੀ ਗੱਲ ਕੀਤੀ ਸੀ, ਵਰਲਡ ਇਕਨੋਮਿਕ ਫੋਰਮ ਨੇ ਕਾਦੇ ਬਾਰੇ, ਟਵਿਨ ਟ੍ਰਾਂਜੀਸ਼ਨ ਅਪਰੋਚ ਦੇ ਬਾਰੇ। ਤੇ ਇੱਥੇ ਵਰਲਡ ਬੈਂਕ ਨੇ ਕਿਹਾ ਕਿ ਬਈ ਸਾਡਾ ਡਿਜੀਟਲ ਟ੍ਰਾਂਜੀਸ਼ਨ ਐਂਡ ਸਸਟੇਨੇਬਿਲਿਟੀ ਟ੍ਰਾਂਜੀਸ਼ਨ ਦੋਏ ਜਿਹੜੇ ਨੇ ਇਕੱਠੇ ਅਸੀਂ ਕੋਲੈਬੋਰੇਟ ਕਰਕੇ ਚਲਾ ਸਕਦੇ ਹਾਂ ਐਂਡ ਦੁਨੀਆ ਭਰ ਦੇ ਜਿਹੜੇ ਲੀਡਰਸ ਨੇ ਦੇ ਕੈਨ ਇਨਸ਼ੋਰ ਕਿ ਉਹਨਾਂ ਦੀ ਆਰਗੇਨਾਈਜੇਸ਼ਨ ਜਿਹੜੀਆਂ ਨੇ ਉਹ ਫਿਊਚਰ ਪ੍ਰੂਫ ਹੋ ਜਾਣ ਜਾਂ ਫਿਰ ਕਹ ਲਓ ਸਸਟੇਨੇਬਿਲਿਟੀ ਦੇ ਨਾਲ ਜਾਂ ਫਿਰ ਸਸਟੇਨੇਬਲ ਬੇਸਿਸ ਤੇ ਗਰੋ ਕਰ ਸਕਣ, ਰਾਈਟ। ਸੋ ਦੈਟ ਇਜ਼ ਬੇਸਿਕਲੀ ਹਾਊ ਦ approach has been advocated for by the World Economic Forum। ਆਲਸੋ ਟੌਪਿਕ ਵਿੱਚ ਕਿੱਥੇ ਫਿਟ ਹੋ ਰਿਹਾ, ਦੇਖੋ ਇੰਡੀਅਨ ਇਕਨੋਮੀ ਜਿਹੜੀ ਤੁਸੀਂ ਕਵਰ ਕਰਦੇ ਹੋ ਉਹਦੇ ਵਿੱਚ ਡਿਜੀਟਲ ਇਕਨੋਮੀ ਐਂਡ ਸਸਟੇਨੇਬਲ ਡਿਵੈਲਪਮੈਂਟ ਦੋਏ ਤੁਹਾਡੇ ਟੌਪਿਕ ਜਿਹੜੇ ਨੇ ਇਹ ਹੌਟ ਸ਼ੌਟ ਟੌਪਿਕਸ ਨੇ। they are very much in vogue, they are very much almost constantly in news, so that is why it is important। ਦੋਏ ਪਾਸੇ ਇਹ ਅਪਰੋਚ ਜਿਹੜੀ ਵਰਲਡ ਇਕਨੋਮਿਕ ਫੋਰਮ ਐਡਵੋਕੇਟ ਕਰ ਰਿਹਾ ਇਹ ਫਿਟ ਬੈਠਦੀ ਹੈ ਜਾਂ ਫਿਰ ਕਹਿ ਲਓ ਇਹ ਸਿਲੇਬਸ ਦਾ ਪਾਰਟ ਦੋਏ ਪਾਸੋਂ ਹੈ। ਆਲਰਾਈਟ, ਸੋ ਸਟਾਰਟ ਕਰਦੇ ਹਾਂ। ਪਹਿਲਾਂ ਟਵਿਨ ਟ੍ਰਾਂਜੀਸ਼ਨ ਅਪਰੋਚ ਨੂੰ ਡਿਸਕਸ ਨਹੀਂ ਕਰਾਂਗੇ, ਪਹਿਲਾਂ ਇੱਕ ਵਾਰ ਦੇਖਾਂਗੇ ਵਰਲਡ ਇਕਨੋਮਿਕ ਫੋਰਮ ਦੇ ਕੁਝ ਬੇਸਿਕ ਕੁਇਕ ਫੈਕਟਸ ਐਂਡ ਦੈਨ ਵੀਲ ਮੂਵ ਟੂ ਟਵਿਨ ਟ੍ਰਾਂਜੀਸ਼ਨ ਅਪਰੋਚ। ਤੇ ਵਰਲਡ ਇਕਨੋਮਿਕ ਫੋਰਮ ਕਦੋਂ ਐਸਟੈਬਲਿਸ਼ ਕੀਤਾ ਗਿਆ ਸੀ? ਇਨ 1971 ਐਜ਼ ਅ ਨਾਟ ਫॉर ਪ੍ਰੋਫਿਟ ਫਾਊਂਡੇਸ਼ਨ। ਕਿ ਇਹ ਪ੍ਰੋਫਿਟ ਸੀਕਿੰਗ ਐਂਟੀਟੀ ਨਹੀਂ ਹੈ ਬਟ ਦੁਨੀਆ ਦੇ ਵੈਲਫੇਅਰ ਦੇ ਲਈ ਇਸ ਆਰਗੇਨਾਈਜੇਸ਼ਨ ਨੂੰ ਐਜ਼ ਅ ਨਾਟ ਫॉर ਪ੍ਰੋਫਿਟ ਕ੍ਰੀਏਟ ਕੀਤਾ ਜਾ ਰਿਹਾ ਹੈ, ਰਾਈਟ। ਆਲਸੋ ਦਿਸ ਵਾਸ it's an international organization for public private cooperation। this is I hope ਤੁਹਾਨੂੰ ਪਤਾ ਹੈਗੀ ਗੱਲ ਕਿ ਇਹ ਕੁਝ ਚੁਣਿੰਦਾ ਉਦਾਂ ਦੀ ਆਰਗੇਨਾਈਜੇਸ਼ਨਸ ਵਿੱਚ ਆਉਂਦੀ ਹੈ ਜਿੱਥੇ ਕਿ ਦੁਨੀਆ ਭਰ ਦੀਆਂ ਜਿਹੜੀਆਂ ਸਰਕਾਰਾਂ ਨੇ ਐਂਡ ਜਿਹੜਾ ਕਾਰਪੋਰੇਟ ਸੈਕਟਰ ਹੈ, ਰਾਈਟ, ਇਹ ਕੋਲੈਬੋਰੇਟ ਕਰਕੇ ਇਟ ਕਮਸ ਔਨ ਟੂ ਵਨ ਕਾਮਨ ਪਲੇਟਫਾਰਮ ਐਂਡ they discuss issues which are relevant for the agendas for the worldwide industry, for ensuring global economic growth and for ensuring that stability is there in the world economy। ਤੇ ਇਹ ਇਹਦਾ ਕੀ ਹੈ, ਇੱਕ ਮੇਨ ਮੋਟਿਵ ਜਾਂ ਫਿਰ ਏਜੰਡਾ ਜਿਹਦੇ ਲਈ ਇਹਨੂੰ ਕ੍ਰੀਏਟ ਕੀਤਾ ਗਿਆ ਸੀ। ਦੈਨ ਇੰਗੇਜ ਕਿਹਦੇ ਵਿੱਚ ਕਰਦੀ ਹੈ? ਇਟ ਇੰਗੇਜਸ ਦ ਫੋਰਮੋਸਟ ਪੋਲੀਟੀਕਲ ਲੀਡਰਸ, ਬਿਜ਼ਨਸ ਲੀਡਰਸ, ਕਲਚਰਲ ਐਂਡ ਅਦਰ ਲੀਡਰਸ ਆਫ ਡਿਫਰੈਂਟ ਕੰਟਰੀਜ਼ ਆਫ ਦ ਸੋਸਾਇਟੀ। ਕਾਦੇ ਲਈ? ਟੂ ਸ਼ੇਪ ਗਲੋਬਲ, ਰੀਜਨਲ ਐਂਡ ਇੰਡਸਟਰੀ ਏਜੰਡਾਸ। ਤੇ ਤੁਸੀਂ ਦੇਖ ਸਕਦੇ ਹੋ ਡਾਈਵਰਸ ਇੰਗੇਜਮੈਂਟ ਇੱਥੇ ਕਾਫੀ ਜ਼ਿਆਦਾ World Economic Forum ਦਾ across political spectrum, across business spectrum, across the business sector and of course across the cultural area as well, right। Then lastly headquarter ਕਿੱਥੇ ਨੇ? ਜਿਨੇਵਾ ਵਿੱਚ, ਸਵਿਟਜ਼ਰਲੈਂਡ ਵਿੱਚ। alright, this is some basics with respect to World Economic Forum। ਹੁਣ ਵੱਧਦੇ ਹਾਂ ਕਿ ਬਈ ਇਹ ਜਿਹੜੀ ਟਵਿਨ ਟ੍ਰਾਂਜੀਸ਼ਨ ਅਪਰੋਚ ਵਰਲਡ ਇਕਨੋਮਿਕ ਫੋਰਮ ਐਡਵੋਕੇਟ ਕਰ ਰਿਹਾ ਹੈ ਇਹ ਕੀ ਚੀਜ਼ ਹੈ। ਤੇ ਪਹਿਲੀ ਚੀਜ਼ ਦੇਖੋ, it recognizes that there is huge and largely untapped opportunity for technology and data to drive sustainability goals। ਕਿ ਵਰਲਡ ਇਕਨੋਮਿਕ ਫੋਰਮ ਕਹਿ ਰਿਹਾ ਕਿ ਇੱਕ ਓਪਰਚੁਨਿਟੀ ਇਦਾਂ ਦੀ ਹੈ ਜਿਹਨੂੰ ਹਾਲੇ ਤੱਕ ਅਸੀਂ ਐਕਸਪਲੋਰ ਨਹੀਂ ਕਰ ਪਾ ਰਹੇ ਹਾਂ। ਵੀ ਨੀਡ ਟੂ ਐਕਸਪਲੋਰ ਇਟ, ਵੀ ਨੀਡ ਟੂ ਟੈਪ ਇਨਟੂ ਇਟ ਐਂਡ ਉਹ ਕੀ ਓਪਰਚੁਨਿਟੀ ਹੈ ਕਿ ਤੁਸੀਂ ਜਿਹੜੀ ਟੈਕਨੋਲੋਜੀ ਹੈ ਐਂਡ ਡੇਟਾ ਹੈ ਉਹਨੂੰ ਯੂਜ਼ ਕਰੋ ਸਸਟੇਨੇਬਿਲਿਟੀ ਨੂੰ ਇੰਪਰੂਵ ਕਰਨ ਲਈ ਜਾਂ ਫਿਰ ਸਸਟੇਨੇਬਲੀ ਗਰੋ ਕਰਨ ਲਈ, ਰਾਈਟ। ਐਂਡ ਉਹਦੇ ਵਿੱਚ ਸਸਟੇਨੇਬਲ ਡਿਵੈਲਪਮੈਂਟ ਜਾਂ ਜਿਹੜੇ ਤੁਹਾਡੇ ਸਸਟੇਨੇਬਿਲਿਟੀ ਦੇ ਗੋਲਸ ਨੇ ਉਹਨਾਂ ਨੂੰ ਵੀ ਅਚੀਵ ਕਰਨ ਲਈ, ਰਾਈਟ। ਦੈਨ ਇਹ ਕੰਬਾਈਨ ਕਰ ਰਿਹਾ ਦੋ ਚੀਜ਼ਾਂ ਨੂੰ, ਡਿਜੀਟਲ ਐਂਡ ਸਸਟੇਨੇਬਿਲਿਟੀ। ਇਹ ਦੋਏ ਚੀਜ਼ਾਂ ਨੂੰ ਕੰਬਾਈਨ ਕਰਕੇ ਕੀ ਕਹਿ ਰਿਹਾ ਕਿ ਤੁਸੀਂ ਕਾਫੀ ਸਾਰੇ ਬੈਨੀਫਿਟਸ ਨੂੰ ਅਨਲੌਕ ਕਰ ਸਕਦੇ ਹੋ ਇਨ ਟਰਮਸ ਆਫ ਐਫੀਸ਼ੀਐਂਸੀ ਐਂਡ ਪ੍ਰੋਡਕਟਿਵਿਟੀ। ਦੇਖੋ ਇੱਥੇ ਕਹਿਣ ਦਾ ਮਤਲਬ ਕੀ ਹੈ, ਵਰਲਡ ਇਕਨੋਮਿਕ ਫੋਰਮ ਕੀ ਕਹਿ ਰਿਹਾ that by making digital transition ਤੁਸੀਂ ਕੀ ਕਰ ਸਕਦੇ ਹੋ ਕਿ ਤੁਸੀਂ ਆਪਣੇ ਰਿਸੋਰਸਸ ਨੂੰ you can use these resources more efficiently। you can use these resources more efficiently
and if you are using your resources more efficiently you can increase your productivity. ਤੇ ਜੇ ਤੁਸੀਂ resources ਨੂੰ efficiently use ਕਰੋਗੇ then it obviously means that you are putting less pressure on the environment, you are not obtaining new resources from the environment, and that is why you can increase the sustainability element as well. ठीक है, इस तरीके ਨਾਲ ਸਮਝਣ ਦੀ ਕੋਸ਼ਿਸ਼ ਕਰੋ ਇੱਥੇ ਕਿ ਵਰਲਡ ਇਕਨੋਮਿਕ ਫੋਰਮ ਕਿਸ ਚੀਜ਼ ਨੂੰ ਐਡਵੋਕੇਟ ਇੱਥੇ ਕਰ ਰਿਹਾ। then it also says that we do not want to treat digital and sustainability in isolation, ਕਿ ਤੁਸੀਂ ਵੱਖਰਾ ਵੱਖਰਾ ਕਰਕੇ ਨਾ ਦੇਖੋ digital transition and sustainability transition ਨੂੰ, ਦੋਹਾਂ ਨੂੰ ਕੋਲੈਬੋਰੇਟ ਕਰਕੇ ਦੇਖੋ, ਦੋਹਾਂ ਨੂੰ ਅਸੀਂ ਇਕੱਠੇ ਲੈ ਕੇ ਚੱਲ ਸਕਦੇ ਹਾਂ, ਐਂਡ ਜੇ ਅਸੀਂ ਇਕੱਠੇ ਲੈ ਕੇ ਚੱਲੀਏ ਤੇ ਅਸੀਂ ਦੋਹਾਂ ਨੂੰ ਪ੍ਰਮੋਟ ਕਰ ਸਕਦੇ ਹਾਂ, ਜਾਂ ਫਿਰ ਕਹ ਲਓ that is how the twin transition approach can work and promote sustainability। ਠੀਕ ਹੈ, ਇਹ ਬੇਸਿਕ ਮੀਨਿੰਗ ਹੋ ਗਿਆ twin transition approach ਦਾ। ਇੱਥੇ ਦੇਖੋ ਇਸ ਇਨਫੋਗ੍ਰਾਫਿਕ ਵਿੱਚ ਵਰਲਡ ਇਕਨੋਮਿਕ ਫੋਰਮ ਕੀ ਕਹਿ ਰਿਹਾ ਹੈ ਕਿ ਤੁਸੀਂ ਜਿਹੜਾ ਕਾਮਨ ਇੰਟਰਫੇਸ ਹੈ ਇੱਥੇ ਇਸ ਪਾਸੇ ਹੈ ਡਿਜੀਟਲ ਟ੍ਰਾਂਜੀਸ਼ਨ and on this side is sustainability transition, so this area and this area they are combining, ਇੱਥੇ ਜਿਹੜੇ ਇਹ ਕੰਬਾਈਨ ਕਰ ਰਹੇ ਨੇ, and this is the sweet spot ਜਿੱਥੇ ਵਰਲਡ ਇਕਨੋਮਿਕ ਫੋਰਮ ਕਹਿ ਰਿਹਾ ਕਿ this is greening of and greening by information technology and data। ਗ੍ਰੀਨਿੰਗ ਆਫ ਦਾ ਬੇਸਿਕਲੀ ਮਤਲਬ ਹੈ ਕਿ ਤੁਸੀਂ ਡਿਜੀਟਲ ਆਪਣੇ ਟੈਕ ਨੂੰ ਜਾਂ ਫਿਰ ਆਪਣੇ ਇਨਫੋਰਮੇਸ਼ਨ ਟੈਕਨੋਲੋਜੀ ਨੂੰ, ਡੇਟਾ ਨੂੰ ਕੀ ਕਰਤਾ, ਸਸਟੇਨੇਬਿਲਿਟੀ ਦੇ ਨਾਲ ਇੰਟਰੋਡਿਊਸ ਕਰਤਾ ਹੈ, ਫਿਰ ਸਸਟੇਨੇਬਿਲਿਟੀ ਦੇ ਨਾਲ ਉਹਨੂੰ ਕੋਲੈਬੋਰੇਟ ਕਰਤਾ, ਉਹਨੂੰ ਜੋੜਤਾ ਸਸਟੇਨੇਬਿਲਿਟੀ ਨਾਲ ਬੇਸਿਕਲੀ, ਰਾਈਟ, ਐਂਡ ਦੈਟ ਇਜ਼ ਗ੍ਰੀਨਿੰਗ ਆਫ ਐਂਡ ਗ੍ਰੀਨਿੰਗ ਬਾय ਇਨਫੋਰਮੇਸ਼ਨ ਟੈਕਨੋਲੋਜੀ ਐਂਡ ਡੇਟਾ। ਤੇ ਇੱਥੇ ਕੀ ਕਰ ਰਹੇ ਹਾਂ ਅਸੀਂ, ਡਿਜੀਟਲ ਟ੍ਰਾਂਜੀਸ਼ਨ ਜਿਹੜੀ ਹੈ ਉਹ ਐਂਪਲੀਫਾਈ ਕਰ ਰਹੀ ਹੈ ਸਸਟੇਨੇਬਿਲਿਟੀ ਨੂੰ। ਆਈ ਹੈਵ ਆਲਰੇਡੀ ਐਕਸਪਲੇਨਡ ਹਾਊ ਇਟ ਇਜ਼ ਐਂਪਲੀਫਾਈਂਗ ਬਾय ਕਟਿੰਗ ਡਾਊਨ ਦ wastefulness, by increasing the efficiency, by increasing the productivity, and hence putting less pressure on the environment or on the resources, right। ਤੇ ਇਸ ਇਨਫੋਗ੍ਰਾਫਿਕ ਨੂੰ ਤੁਸੀਂ ਯੂਜ਼ ਵੀ ਕਰ ਸਕਦੇ ਹੋ ਆਪਣੀ ਆਨਸਰ ਰਾਈਟਿੰਗ ਵਿੱਚ, ਆਪਣੇ ਐਸੇ ਵਿੱਚ, ਰਾਈਟ, ਮੇਨਸ ਦੇ ਵਿੱਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਠੀਕ ਹੈ, ਬੈਨੀਫਿਟ ਦੇਖੋ ਕਿ ਵਰਲਡ ਇਕਨੋਮਿਕ ਫੋਰਮ ਕੀ ਕਹਿ ਰਿਹਾ ਕਿ if you follow the twin transition approach it can have a positive impact by greening technology, data assets and infrastructure, and ensure ਕੀ ਕਰੇਗੀ ਕਿ ਤੁਹਾਡੀ ਸਸਟੇਨੇਬਿਲਿਟੀ ਜਿਹੜੀ ਹੈ ਅਕ੍ਰੋਸ ਆਰਗੇਨਾਈਜੇਸ਼ਨਸ ਉਹ ਅੱਗੇ ਐਕਸਲਰੇਟ ਹੋਏਗੀ, ਇਟ ਵਿਲ ਇਨਕਰੀਜ਼ ਫਰਦਰ, ਇਹਦਾ ਰੇਟ ਜਿਹੜਾ ਹੈ ਉਹ ਇਨਕਰੀਜ਼ ਕਰੇਗਾ। ਇਹਦੇ ਇਲਾਵਾ ਆਪਟੀਮਾਈਜ਼ ਕਰ ਸਕਦੇ ਹਾਂ ਅਸੀਂ ਡਿਜੀਟਲ ਐਸੈਟਸ ਨੂੰ ਐਂਡ ਇਨਫਰਾਸਟ੍ਰਕਚਰਸ ਨੂੰ ਟੂ ਰਿਡਿਊਸ এনवायरमेंटल ਇੰਪੈਕਟ, ਕਿ ਅਸੀਂ ਆਪਟੀਮਲ ਤਰੀਕੇ ਨਾਲ ਜਾਂ ਫਿਰ ਕਹ ਲਓ ਆਪਟੀਮਾਈਜ਼ ਕਰਕੇ ਡਿਜੀਟਲ ਐਸੈਟਸ ਨੂੰ ਤੇ ਇਨਫਰਾਸਟ੍ਰਕਚਰ ਨੂੰ ਕੀ ਕਰ ਸਕਦੇ ਹਾਂ, ਬੈਟਰ ਤਰੀਕੇ ਨਾਲ ਯੂਜ਼ ਕਰੀਏ, ਐਂਡ এনवायरमेंट ਤੇ ਜਿਹੜਾ ਉਹਦਾ ਇੰਪੈਕਟ ਪੈ ਰਿਹਾ ਉਹ ਘੱਟ ਹੋ ਜਾਵੇ, ਰਾਈਟ, ਕਿ ਇਨਫਰਾਸਟ੍ਰਕਚਰ ਵੀ ਤੁਹਾਡੇ ਜਿਹੜੇ ਨੇ ਉਹ ਸਸਟੇਨੇਬਲ ਹੋਣ, ਦੇ ਆਰ ਆਲਸੋ ਗ੍ਰੀਨਡ, ਰਾਈਟ। ਕਹਿਣ ਦਾ ਮਤਲਬ ਕਿ ਉਹ ਵੀ ਸਸਟੇਨੇਬਿਲਿਟੀ ਐਸਪੈਕਟ ਨੂੰ ਧਿਆਨ ਚ ਰੱਖ ਕੇ ਹੀ ਅਸੀਂ ਕ੍ਰੀਏਟ ਕਰੀਏ, ਰਾਈਟ। ਦੈਨ ਇਟ ਡਸ ਨਾਟ ਟ੍ਰੀਟ ਡਿਜੀਟਲ ਐਂਡ ਸਸਟੇਨੇਬਿਲਿਟੀ ਇਨ ਆਈਸੋਲੇਸ਼ਨ, that we have already discussed, all right। so ਇੱਥੇ ਦੇਖੋ ਵਰਲਡ ਇਕਨੋਮਿਕ ਫੋਰਮ ਜਿਹੜਾ ਹੈ ਇੱਕ ਇਹਨੇ ਕੀ ਦਿੱਤਾ ਹੈ, ਰੋਡ ਮੈਪ। ਵਰਲਡ ਇਕਨੋਮਿਕ ਫੋਰਮ has also given a road map for the organizations। ਜੇ ਕੋਈ ਆਰਗੇਨਾਈਜੇਸ਼ਨ ਮੰਨ ਲਓ ਗ੍ਰੀਨ ਟਵਿਨ ਟ੍ਰਾਂਜੀਸ਼ਨ ਅਪਰੋਚ ਨੂੰ ਫੋਲੋ ਕਰਨਾ ਚਾਹੁੰਦੀ ਹੈ, ਅਡਾਪਟ ਕਰਨਾ ਚਾਹੁੰਦੀ ਹੈ within their organization, then the World Economic Forum also gives the 3 phases and 7 steps through which any organization can adopt twin transition approach। ਤੇ ਫੇਜ਼ਸ ਕੀ ਕਹਿ ਰਿਹਾ ਇੱਥੇ ਵਰਲਡ ਇਕਨੋਮਿਕ ਫੋਰਮ ਕਿ ਪਹਿਲਾਂ ਤੁਸੀਂ ਆਪਣਾ ਐਂਬੀਸ਼ਨ ਸੈੱਟ ਕਰੋ, ਡਿਫਾਈਨ ਕਰੋ ਕਿਉਂ ਤੇ ਕਿੱਦਾਂ ਤੁਸੀਂ ਆਪਣੀ ਜਰਨੀ ਸਟਾਰਟ ਕਰਨਾ ਚਾਹੁੰਦੇ ਹੋ ਟੂਵਰਡਸ ਟਵਿਨ ਟ੍ਰਾਂਜੀਸ਼ਨ, ਰਾਈਟ। ਟਵਿਨ ਟ੍ਰਾਂਜੀਸ਼ਨ ਦੀ ਜਰਨੀ ਕਿਵੇਂ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ, ਦੈਨ ਆਪਣੀ ਓਪਰਚੁਨਿਟੀਜ਼ ਨੂੰ ਸਿਲੈਕਟ ਕਰੋ, that is decide which use cases will help you achieve twin transition goals faster, and lastly execution ਨੂੰ prepare ਕਰੋ, execute ਕਰਨ ਲਈ, implement ਕਰਨ ਲਈ prepare ਹੋ ਜਾਓ, consolidate outcomes to shape your message and next steps, right। so this is you can overlook this generally, but just for information ਮੈਂ share ਕਰਤਾ ਇੱਥੇ ਕਿ ਇਹ 7 steps ਜਾਂ ਫਿਰ ਇਹ 3 phases use ਕਰਕੇ ਤੁਸੀਂ ਕੀ ਕਰ ਸਕਦੇ ਹੋ, twin transition approach ਨੂੰ follow ਕਰ ਸਕਦੇ ਹੋ, right। so mainly important ਤੁਹਾਡੇ ਲਈ ਧਿਆਨ ਰੱਖਣਾ ਕੀ ਹੈ ਕਿ ਇੱਕ ਤਾਂ ਇਹ ਅਪਰੋਚ ਕੀ ਹੈ, ਕੌਣ ਐਡਵੋਕੇਟ ਕਰ ਰਿਹਾ, ਵਰਲਡ ਇਕਨੋਮਿਕ ਫੋਰਮ ਐਡਵੋਕੇਟ ਕਰ ਰਿਹਾ, ਇੱਕ ਅੱਛਾ ਖਾਸਾ ਫੋਰਮ ਹੈ ਜਿੱਥੇ ਕਾਰਪੋਰੇਟਸ ਐਂਡ ਗਵਰਨਮੈਂਟਸ both they come together and collaborate। ਜ਼ਰੂਰੀ ਕਿਉਂ ਹੈ, ਕਿਉਂਕਿ ਦੇਖੋ ਸਿੰਪਲ ਜੀ ਜਿਹੜੀ ਮੇਨ ਗੱਲ ਹੈ ਉਹ ਕੀ ਹੈ ਇੱਥੇ, ਪਲੀਜ਼ ਟਰਾਈ ਐਂਡ ਅੰਡਰਸਟੈਂਡ ਦਿਸ ਪਾਰਟਿਕੂਲਰ ਥਿੰਗ ਕਿ ਅਸੀਂ ਜੇ ਚਾਹੁੰਦੇ ਹਾਂ, ਇਫ ਵੀ ਵਾਂਟ that ਅਸੀਂ ਸਸਟੇਨੇਬਲ ਤਰੀਕੇ ਨਾਲ ਅਸੀਂ ਗਰੋ ਕਰੀਏ ਜਾਂ ਫਿਰ ਸਸਟੇਨੇਬਲ ਤਰੀਕੇ ਨਾਲ ਅਸੀਂ ਡਿਵੈਲਪ ਕਰੀਏ, ਡਿਵੈਲਪਮੈਂਟ ਜਿਹੜੀ ਹੈ if it has to be sustainable then it has to be both the governments of the world plus the corporate
ਕਿ ਦੋਹਾਂ ਨੂੰ ਕੋਲੈਬੋਰੇਟ ਕਰਨਾ ਬਹੁਤ ਜ਼ਰੂਰੀ ਹੈ। ਆਈਸੋਲੇਸ਼ਨ ਵਿੱਚ ਨਾ ਤਾਂ ਸਰਕਾਰ ਕਰ ਸਕਦੀ ਹੈ ਨਾ ਹੀ ਕਾਰਪੋਰੇਟ ਕਰ ਸਕਦਾ ਹੈ। ਇਟ ਹੈਜ਼ ਟੂ ਬੀ ਅ ਕੋਲੈਬੋਰੇਟਿਵ ਐਫਰਟ ਔਨ both the fronts from both the sides, right? So that is what it also is important, what World Economic Forum is advocating for, and that is the twin transition approach, the topic for today. ਠੀਕ ਹੈ ਜੀ, ਸੋ ਇੱਥੇ ਹੀ ਰੁਕਦੇ ਹਾਂ ਅੱਜ, ਮਿਲਾਂਗੇ ਅਗਲੇ ਇਦਾਂ ਦੇ ਕਿਸੇ ਹੋਰ ਇਨਫੋਰਮੇਟਿਵ ਸੈਸ਼ਨ ਵਿੱਚ। ਅੰਟਿਲ ਦੈਨ ਯੂ ਪਲੀਜ਼ ਸਬਸਕ੍ਰਾਈਬ ਦ ਚੈਨਲ, ਹੈ ਨਾ। ਜੇ ਤੁਸੀਂ ਇੰਜੋਏ ਕੀਤਾ ਵੀਡੀਓ ਨੂੰ ਜਾਂ ਫਿਰ ਕਹ ਲਓ ਤੁਸੀਂ ਗੇਨ ਕੀਤਾ ਵੀਡੀਓ ਤੋਂ, ਪਲੀਜ਼ ਡੂ ਹਿਟ ਦੈਟ ਲਾਈਕ ਬਟਨ, ਜਾਂਦੇ ਆਂਦੇ ਲਾਈਕ ਬਟਨ ਨੂੰ ਹਿਟ ਕਰ ਜਾਓ ਇੱਕ ਵਾਰੀ, ਰਾਈਟ। ਠੀਕ ਹੈ ਜੀ, ਸੋ ਸਟੱਡੀ ਵੈਲ, ਸਟੇ ਸੇਫ, I'll see you in the next video. Until then, stay safe. Jai Hind, Jai Bharat, bye bye and take care.